ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੁਨੀਲ ਪੁੰਨੀ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਅਖਬਾਰਨਾਮਾ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਅਖਬਾਰਾਂ ਦੇ ਵਿੱਚੋਂ ਤੁਹਾਡੇ ਲਈ ਕੁਝ ਚੁਣਿੰਦਾ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਵੀ ਅਸੀਂ ਕੁਝ ਚੁਣਿੰਦਾ ਅਖਬਾਰਾਂ ਵਿੱਚ ਕੁਝ ਚੁਣਿੰਦਾ ਖਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਦੇਖਦੇ ਹਾਂ ਵਾਸ਼ਿੰਗਟਨ ਪੋਸਟ। ਵਾਸ਼ਿੰਗਟਨ ਪੋਸਟ ਦੇ ਵਿੱਚ ਸਭ ਤੋਂ ਜਿਹੜੀ ਹਾਈਲਾਈਟ ਹੋ ਰਹੀ ਹੈ ਮੇਨ ਖਬਰ ਤੇ ਇੰਟਰਸਟਿੰਗ ਖਬਰ ਇਹ ਹੈ ਕਿ US will share nuclear submarine technology with Australia as part of new alliance, a direct challenge to China। ਜੇ ਆਪਾਂ ਥੋੜੀ ਜਿਹੀ ਇਹਦੀ ਬਰੀਫਿੰਗ ਤੇ ਡਿਟੇਲਿੰਗ ਵਿੱਚ ਜਾਈਏ ਤਾਂ ਇਹਦੀ ਡਿਟੇਲਿੰਗ ਦੇ ਵਿੱਚ ਲਿਖਿਆ ਹੋਇਆ ਹੈ ਕਿ President Biden announced Wednesday the United States and Britain will share highly sensitive nuclear submarine technology with Australia, a major departure from past policy and direct challenge to China in its Pacific neighborhood। Biden made the announcement alongside British Prime Minister Boris Johnson and Australian Prime Minister Scott Morrison, who joined the president virtually, as they unveiled a new three-way defense alliance which will be known as AUKUS। Britain is the only other nation to share US nuclear submarine propulsion technology, an agreement dating back decades and aimed largely at countering the old Soviet unit। ਇੱਕ ਨਵਾਂ ਹੀ ਸਟਾਰਟ ਕਰ ਰਹੇ ਹਨ ਪ੍ਰੋਗਰਾਮ ਜਿਸ ਨੂੰ ਔਕਸ ਦਾ ਨਾਮ ਦਿੱਤਾ ਹੋਇਆ ਹੈ। ਚੱਲਦੇ ਹਾਂ ਅਗਲੀ ਅਖਬਾਰ ਵੱਲ, ਦਾ ਵਾਲ ਸਟਰੀਟ ਜਰਨਲ। ਵਾਲ ਸਟਰੀਟ ਜਰਨਲ ਦੇ ਵਿੱਚ ਇੱਕ ਇਮੀਗ੍ਰੇਸ਼ਨ ਨਾਲ ਰਿਲੇਟਡ ਬੜੀ ਹੀ ਇੰਟਰਸਟਿੰਗ ਖਬਰ ਆਈ ਹੋਈ ਹੈ ਜਿਸ ਵਿੱਚ ਲਿਖਿਆ ਹੋਇਆ ਹੈ, ਹੈਡਲਾਈਨ ਬੜੀ ਇੰਟਰਸਟਿੰਗ ਬਣਾਈ ਹੋਈ ਹੈ ਕਿ ਕੈਨੇਡਾ US ਬਾਰਡਰ ਐਵਰੀਥਿੰਗ ਯੂ ਨੀਡ ਟੂ ਨੋ ਅਬਾਊਟ ਰੀਓਪਨਿੰਗ ਟਰੈਵਲ। ਦੇਖਦੇ ਹਾਂ ਇਸ ਦੀ ਬਰੀਫਿੰਗ ਦੇ ਵਿੱਚ ਕੀ ਲਿਖਿਆ ਹੋਇਆ ਹੈ। ਫॉर more than 16 months the US and Canada turned away tourists at entry point across the 5,500-mile land border in an effort to contain further spread of COVID-19. On Monday, August 9, Canada began allowing fully vaccinated Americans to enter the country again. The US didn't reciprocate and has extended its land border restriction with Canada and Mexico up until September 21. On Tuesday, September 7, Canada expanded its reopening to include fully vaccinated tourists from other countries beyond the US। ਇੱਕ ਬੜੀ ਹੀ ਇੰਟਰਸਟਿੰਗ ਖਬਰ ਸਾਹਮਣੇ ਆਈ ਹੈ ਉਹਨਾਂ ਟੂਰਿਸਟ ਵਾਸਤੇ ਜੋ US ਤੋਂ ਕੈਨੇਡਾ ਜਾਂਦੇ ਹਨ। ਕੈਨੇਡਾ ਨੇ ਆਪਣੀ ਬਾਰਡਰਸ ਦੀ ਐਂਟਰੀ ਦੁਬਾਰਾ ਦੇਣੀ ਸ਼ੁਰੂ ਕਰ ਦਿੱਤੀ ਹੈ US ਸਿਟੀਜ਼ਨਸ ਨੂੰ ਜੋ ਕਿ ਫੁੱਲੀ ਵੈਕਸੀਨੇਟਡ ਹਨ, ਜਿਨ੍ਹਾਂ ਦੇ ਪੂਰੇ ਡੋਜ਼ ਕਰੋਨਾ ਵਾਇਰਸ ਦੀ ਵੈਕਸੀਨੇਸ਼ਨ ਦੇ ਲੱਗ ਚੁੱਕੇ ਹਨ। ਉਹਨਾਂ ਵਾਸਤੇ ਐਂਟਰੀ ਖੁੱਲ੍ਹ ਚੁੱਕੀ ਹੈ ਤੇ ਨਾਲ ਦੀ ਨਾਲ ਹੀ ਦੱਸਦੀ ਹੈ ਕਿ ਇਹ ਸਿਰਫ US ਵਾਸਤੇ ਨਹੀਂ, ਹੋਰਨਾਂ ਕੰਟਰੀਆਂ ਵਾਸਤੇ ਵੀ ਕੁਝ ਖੋਲ੍ਹ ਦਿੱਤੀ ਹੈ ਕੈਨੇਡਾ ਨੇ, ਜਿਹੜੇ ਕਿ ਫੁੱਲ ਵੈਕਸੀਨੇਟਡ ਹਨ। ਸਿਰਫ ਉਹੀ ਟਰੈਵਲ ਕਰ ਸਕਦੇ ਹਨ ਫॉर ਟੂਰਿਜ਼ਮ ਐਂਡ ਫॉर ਨॉन ਇਸੈਂਸ਼ੀਅਲ ਪਰਪਸਸ। ਚੱਲਦੇ ਹਾਂ ਅਗਲੀ ਖਬਰ ਵੱਲ। ਐਸੇ ਹੀ ਅਖਬਾਰ ਦੇ ਵਿੱਚ ਇੱਕ ਹੋਰ ਇੱਕ ਖਬਰ ਆਪਾਂ ਤੁਹਾਡੇ ਰੂਬਰੂ ਕਰਦੇ ਹਾਂ ਜਿਸ ਵਿੱਚ ਲਿਖਿਆ ਹੋਇਆ ਕਿ ਟੈਕਸਸ ਅਬੋਰਸ਼ਨ ਲਾਅ ਇਨ ਕੋਰਟ, ਵਾਟ ਯੂ ਨੀਡ ਟੂ ਨੋ। ਇੱਕ ਬੜਾ ਹੀ ਭਖਦਾ ਮਸਲਾ ਇੱਕ US ਦੇ ਵਿੱਚ ਚੱਲ ਰਿਹਾ ਇਸ ਟਾਈਮ, ਅਬੋਰਸ਼ਨ ਲਾਅ, ਜੋ ਕਿ ਕੁਛ ਅਬੋਰਸ਼ਨ ਬੈਨ ਲੱਗਾ ਹੋਇਆ ਹੈ ਕੋਰਟ ਵੱਲੋਂ। ਆਪਾਂ ਇਸ ਦੀ ਥੋੜੀ ਡਿਟੇਲਿੰਗ ਆਪਾਂ ਪੜ੍ਹਦੇ ਹਾਂ। ਅ ਟੈਕਸਸ ਲਾਅ ਇੰਪੋਜ਼ਿੰਗ ਅ ਨੀਅਰ ਬੈਨ ਔਨ ਅਬੋਰਸ਼ਨ ਨਾਓ ਐਂਟਰਿੰਗ ਇਟਸ ਥਰਡ ਵੀਕ has largely shut down the procedure in the state by prohibiting abortions after about the 6th week of pregnancy. The Supreme Court early this month declined to block the Texas Heartbeat Act or SB 8 from taking effect, rejecting by a 5-4 vote an emergency request from abortion clinics. Since then, the Justice Department filed its own lawsuit and this week asked a Texas federal judge to block the law right away। ਇੱਕ ਬੜਾ ਹੀ ਭਖਦਾ ਜਿਹਾ ਮਸਲਾ US ਦੇ ਵਿੱਚ ਚੱਲ ਰਿਹਾ ਹੈ ਜੋ ਕਿ ਅਬੋਰਸ਼ਨ ਨੂੰ ਲੈ ਕੇ ਚੱਲ ਰਿਹਾ ਹੈ, ਕਿਉਂਕਿ ਉੱਥੇ ਬੈਨ ਲੱਗਾ ਹੋਇਆ ਕਿ ਜੇ 6 ਵੀਕ ਤੋਂ ਉੱਪਰ ਪ੍ਰੈਗਨੈਂਸੀ ਹੁੰਦੀ ਹੈ ਤਾਂ ਤੁਸੀਂ ਅਬੋਰਸ਼ਨ ਜੋ ਲੜਕੀਆਂ ਅਬੋਰਸ਼ਨ ਨਹੀਂ ਕਰ ਸਕਦੀਆਂ। ਬਟ ਇਸ ਦਾ ਕਾਫੀ ਵਿਰੋਧ ਵੀ ਹੋ ਰਿਹਾ ਹੈ। ਇਸ ਦੇ ਵਿੱਚ ਨਿਊਜ਼ਪੇਪਰ ਦੇ ਵਿੱਚ ਵੀ ਕਾਫੀ ਇੱਕ ਉਹਨਾਂ ਨੇ ਪਿਕਚਰ ਸ਼ੇਅਰ ਕੀਤੀ ਹੈ SB 8 ਜੋ ਹੈ ਉਸ 'ਤੇ ਬੈਨ ਵਾਲਾ ਸਾਈਨ ਲਗਾਇਆ ਹੈ। ਉਹਨਾਂ ਨੇ ਬੈਨਰ ਬੜੇ ਸ਼ੋਅ ਕਰ ਰਹੇ ਹਨ ਕਿ ਮਾਈ ਬੋਡੀ ਮਾਈ ਰਾਈਟ ਮਾਈ ਚੋਇਸ। ਅੱਗੇ ਵਧਦੇ ਹਾਂ ਦਾ ਨਿਊਯਾਰਕ ਟਾਈਮਸ ਵੱਲ। ਨਿਊਯਾਰਕ ਟਾਈਮ ਨਿਊਜ਼ਪੇਪਰ ਵਿੱਚ ਇੱਕ ਬੂਸਟਰ ਨਾਲ ਰਿਲੇਟਡ ਨਿਊਜ਼ ਬੜੀ ਹਾਈਲਾਈਟ ਹੋ ਰਹੀ ਹੈ ਜੋ ਕਿ ਫਰੰਟ ਪੇਜ 'ਤੇ ਹੀ ਹੈ। US ਬੂਸਟਰ ਪੋਲਿਸੀ ਇਜ਼ ਇਨ ਫਲਕਸ ਐਜ਼ ਸਟੱਡੀਜ਼ ਐਡ ਟੂ ਡਿਸੈਂਟ। ਇਸ ਵਿੱਚ ਦੋ ਕੀ ਪੁਆਇੰਟਸ ਬਣਾਏ ਗਏ ਹਨ ਜੋ ਮੈਂ ਤੁਹਾਨੂੰ ਰੀਡ ਕਰਕੇ ਦੱਸ ਰਿਹਾ ਹਾਂ। ਅ ਵੀਕ ਬਿਫੋਰ ਪ੍ਰੈਜ਼ੀਡੈਂਟ ਬਾਈਡਨ ਇਜ਼ ਸੈਟ ਟੂ ਰੋਲ ਆਊਟ ਹਿਸ ਪਲਾਨ ਫॉर ਥਰਡ ਵੈਕਸੀਨ ਡੋਸਿਸ, ਸਾਇੰਟਿਸਟ ਆਰ ਐਟ odds ਅਬਾਊਟ ਵੈਦਰ ਐਕਸਟਰਾ ਸ਼ਾਟਸ ਆਰ ਨੀਡਡ ਐਂਡ ਫॉर whom। सेकंड पॉइंट है जी, डिपेंडिंग ऑन what
two health agencies decide in the coming days, boosters may limited to older Americans and those who are vulnerable to serious illness। ਅੱਗੇ ਵਧਦੇ ਹਾਂ, ਕੁਝ ਹਿੰਦੁਸਤਾਨ ਨਾਲ ਰਿਲੇਟਡ, ਕੁਝ ਇੰਡੀਆ ਦੇ ਨਾਲ ਰਿਲੇਟਡ ਨਿਊਜ਼ ਆਪਾਂ ਦੇਖ ਰਹੇ ਹਾਂ ਨਿਊਜ਼ਪੇਪਰ ਹਿੰਦੁਸਤਾਨ ਟਾਈਮਸ ਦੇ ਵਿੱਚ। ਹਿੰਦੁਸਤਾਨ ਟਾਈਮਸ ਦੇ ਵਿੱਚ ਇੱਕ ਬੜੀ ਹੀ ਇੰਟਰਸਟਿੰਗ ਵੇ ਦੇ ਨਾਲ ਇੱਕ ਨਿਊਜ਼ ਲੱਗੀ ਹੈ ਜੋ ਕਿ 에ਅਰ ਇੰਡੀਆ ਨਾਲ ਰਿਲੇਟਡ ਹੈ। 에ਅਰ ਇੰਡੀਆ ਰਿਸੀਵਸ ਬਿਡਸ ਫਰੋਮ ਸੂਟਰਸ। 에ਅਰ ਇੰਡੀਆ ਦੀ ਵੀ ਹੁਣ ਬਿਡਸ ਲੱਗਣੀ ਸ਼ੁਰੂ ਹੋ ਗਈਆਂ ਹਨ। ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਜਿਹੜੇ ਬਿਡਰਸ ਨੇ ਕੌਣ ਹਨ, ਆਪਾਂ ਥੋੜ੍ਹੀ ਡਿਟੇਲਿੰਗ ਦੇ ਵਿੱਚ ਇਸ ਨੂੰ ਦੇਖਦੇ ਹਾਂ। ਜੋ ਡਿਟੇਲਿੰਗ ਇਸ ਦੀ ਦਿੱਤੀ ਹੋਈ ਹੈ ਜੀ, ਦਾ ਯੂਨੀਅਨ ਫਾਈਨਾਂਸ ਮਿਨਿਸਟਰ ਹੈਜ਼ ਰਿਸੀਵਡ ਮਲਟੀਪਲ ਬਿਡਸ ਫॉर 에ਅਰ ਇੰਡੀਆ ਐਂਡ ਦਾ ਪ੍ਰੋਸੈਸ ਫॉर ਦਾ ਲਾਸ making disinvestment now moves to the concluding stage, a government official said on Wednesday. The announcement was made in a tweet by Tohin Kanta Pandey, Secretary Department of Investment and Public Asset, although he did not disclose who or how many bidders expressed interest. ਹਾਲੇ ਤੱਕ ਕੋਈ ਡਿਸਕਲੋਜ਼ ਨਹੀਂ ਕੀਤਾ ਜਿਸ ਤੱਕ ਮੈਂ ਨਿਊਜ਼ ਰੀਡ ਕੀਤੀ ਹੈ। ਐਂਡ ਸੋ ਦੇਖਦੇ ਹਾਂ ਅੱਗੇ ਕੀ ਲਿਖਿਆ ਹੈ। Tata Sons later announced it had submitted bids and other people aware of matter separately identified SpiceJet or the other bidders. Singh did not respond to request for a comment. Financial bids for Air India disinvestment received by a transaction advisor, said Pandey in a tweet. ਸੋ ਜਿੱਦਾਂ ਕਿ ਇਸ ਨਿਊਜ਼ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਛ ਕਾਫੀ ਸਾਰੇ ਬਿਡਰਸ ਜੋ 에ਅਰ ਇੰਡੀਆ ਲਈ ਬਿਡ ਕਰ ਰਹੇ ਹਨ ਕਿ ਉਹਦੇ ਵਿੱਚ ਟਾਟਾ ਸੰਸ ਵੀ ਸ਼ਾਮਲ ਹੋਏ ਹਨ। ਤਾਂ ਇਹਦੇ ਬਾਰੇ ਰਿਲੇਟਡ ਦੱਸਿਆ ਹੋਇਆ ਕਿ 에ਅਰ ਇੰਡੀਆ ਵਾਸਤੇ ਕਿਸ ਤਰ੍ਹਾਂ ਵੀ ਵੱਧ ਤੋਂ ਵੱਧ ਔਨਲਾਈਨ ਟਵਿੱਟਰ 'ਤੇ ਬਿਡਸ ਲੱਗ ਰਹੀਆਂ ਹਨ। ਦੇਖਦੇ ਹਾਂ ਹੁਣ ਅੱਗੇ ਇਸ ਬਾਰੇ 에ਅਰ ਇੰਡੀਆ ਨਾਲ ਰਿਲੇਟਡ 에ਅਰ ਇੰਡੀਆ ਦੇ ਵਿੱਚ ਕੀ ਹੁੰਦਾ ਹੈ। ਐਸੇ ਹੀ ਨਿਊਜ਼ਪੇਪਰ ਹਿੰਦੁਸਤਾਨ ਟਾਈਮਸ ਦੇ ਵਿੱਚ ਕੁਛ ਫੈਸਟੀਵਲਸ ਨਾਲ ਰਿਲੇਟਡ ਕੁਛ ਇੱਕ ਨਿਊਜ਼ ਆਈ ਹੈ ਜੋ ਕਿ ਕੇਜਰੀਵਾਲ ਵੱਲੋਂ ਬਿਆਨ ਦਿੱਤਾ ਗਿਆ ਹੈ। ਜਿੱਦਾਂ ਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇੰਡੀਆ ਦੇ ਵਿੱਚ, ਫੈਸਟੀਵਲ ਸਟਾਰਟ ਹੋ ਰਹੇ ਹਨ, ਦੀਵਾਲੀ ਵੀ ਆ ਰਹੀ ਹੈ ਅਤੇ ਦੀਵਾਲੀ ਦੇ ਨਾਲ ਹੀ ਰਿਲੇਟਡ ਇੱਕ ਬਿਆਨ ਕੇਜਰੀਵਾਲ ਵੱਲੋਂ ਦਿੱਤਾ ਗਿਆ ਹੈ ਜੋ ਕਿ ਹੈ ਬੈਨ ਔਨ ਫਾਇਰ ਕਰੈਕਰਸ ਰਿਮੇਨਸ ਇਨ ਪਲੇਸ ਦਿਸ ਦੀਵਾਲੀ, ਸੇਜ਼ ਕੇਜਰੀਵਾਲ। ਥੋੜੀ ਡਿਟੇਲਿੰਗ ਇਸ ਦੀ ਦੇਖਦੇ ਹਾਂ ਕੀ ਲਿਖਿਆ ਹੈ। The Delhi government on Wednesday announced a complete ban on the sale, use and storage of firecrackers, a move to preemptively act on winter pollution that has become an annual health crisis for the city, said Chief Minister Arvind Kejriwal. ਲਾਸਟ ਈਅਰ ਵੀ ਫਾਇਰ ਕਰੈਕਰਸ ਦੇ ਉੱਤੇ ਦਿੱਲੀ ਦੇ ਵਿੱਚ ਬੈਨ ਲੱਗਾ ਹੋਇਆ ਸੀ ਕਿ ਇਸ ਨੂੰ ਕੋਈ ਸੇਲ ਨਹੀਂ ਕਰ ਸਕਦਾ, ਕੋਈ ਪਰਚੇਜ਼ ਨਹੀਂ ਕਰ ਸਕਦਾ, ਕੋਈ ਸਟੋਰ ਨਹੀਂ ਕਰ ਸਕਦਾ। ਇਸ ਵਾਰ ਵੀ ਉਹ ਕਹਿ ਰਹੇ ਆ ਕਿ ਇਹ ਵਾਲਾ ਬੈਨ ਜਿਹੜਾ ਰਿਮੇਨ ਰਹੇਗਾ, ਸੇਮ ਕੰਟੀਨਿਊ ਰਹੇਗਾ ਇਸ ਸਾਲ ਵੀ, ਕਿਉਂ ਕਰਕੇ ਜੋ ਪੋਲਿਊਸ਼ਨ ਹੈ ਉਹ ਬਹੁਤ ਹੀ ਜ਼ਿਆਦਾ ਵੱਧਦਾ ਜਾ ਰਿਹਾ ਹੈ ਦਿੱਲੀ ਦੇ ਵਿੱਚ। ਅਤੇ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਇਹ ਸਹੀ ਵੀ ਹੈ, ਕਿਉਂ ਕਰਕੇ ਇਸ ਪੋਲਿਊਸ਼ਨ ਦੇ ਕਰਕੇ, ਇਸ ਜੋ ਫਾਇਰ ਕਰੈਕਰਸ ਦਾ ਜੋ ਧੂੰਆਂ ਹੁੰਦਾ ਹੈ, ਜੋ ਪੋਲਿਊਸ਼ਨ ਹੁੰਦਾ ਸਾਰਾ, ਉਸ ਦੇ ਨਾਲ ਬਹੁਤ ਸਾਰੇ ਜੋ ਬਰਡਸ ਹੈ ਉਹਨਾਂ 'ਤੇ ਵੀ ਇਫੈਕਟ ਪੈਂਦਾ। ਤੋ ਇੱਥੋਂ ਤੱਕ ਕਿ ਜੋ ਹਿਊਮਨਸ ਹੈ ਉੱਥੇ ਉਹਨਾਂ 'ਤੇ ਵੀ ਇਫੈਕਟ ਪੈ ਰਿਹਾ, ਕਿਉਂ ਕਰਕੇ ਹਵਾ ਜਿਹੜੀ ਬਹੁਤ ਹੀ ਦੂਸ਼ਿਤ ਹੁੰਦੀ ਜਾ ਰਹੀ ਹੈ ਇਹਨਾਂ ਫਾਇਰ ਕਰੈਕਰਸ ਦੇ ਕਰਕੇ। ਸੋ ਇਹ ਬੈਨ ਮੇਰੇ ਹਿਸਾਬ ਨਾਲ ਸਹੀ ਹੈ ਇੱਕ ਤਰੀਕੇ ਦੇ ਨਾਲ। ਬਾਕੀ ਚਲੋ ਆਪਣੀ ਆਪਣੀ ਚੋਇਸ ਹੁੰਦੀ ਹਰ ਇੱਕ ਇਨਸਾਨ ਦੀ, ਕਿਸੇ ਨੂੰ ਵਧੀਆ ਵੀ ਲੱਗਦੇ ਆ, ਕਿਸੇ ਨੂੰ ਚੰਗੇ ਵੀ ਲੱਗਦੇ, ਕਿਸੇ ਨੂੰ ਮਾੜੇ ਵੀ ਲੱਗਦੇ ਆ। ਪਰ ਅਕੋਰਡਿੰਗ ਟੂ ਮੀ ਇਹ ਬੈਨ ਜਿਹੜਾ ਸਹੀ ਹੈ, ਕਿਉਂ ਕਰਕੇ ਪੋਲਿਊਸ਼ਨ ਇਸ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਦਿੱਲੀ ਵਿੱਚ, ਜੋ ਕਿ ਇੱਕ ਬੜਾ ਹੀ ਭਖਦਾ ਮੁੱਦਾ ਹੈ ਅੱਜ ਦੀ ਡੇਟ ਵਿੱਚ। ਵੱਧਦੇ ਹਾਂ ਅਗਲੀ ਅਖਬਾਰ ਵੱਲ। ਜੋ ਅਗਲੀ ਅਖਬਾਰ ਹੈ ਉਹ ਹੈ ਨਵਾਂ ਜ਼ਮਾਨਾ। ਨਵਾਂ ਜ਼ਮਾਨਾ ਦੇ ਵਿੱਚ ਇੱਕ ਖਬਰ ਹਾਈਲਾਈਟ ਕੀਤੀ ਹੋਈ ਹੈ ਉਹਨਾਂ ਨੇ ਫਰੰਟ ਪੇਜ ਦੇ ਉੱਤੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਜਲਿਆਂਵਾਲੇ ਬਾਗ ਸੰਬੰਧੀ 26 ਨੂੰ ਪੰਜਾਬ ਭਰ ਦੀਆਂ ਜਥੇਬੰਦੀਆਂ ਦੀ ਮੀਟਿੰਗ ਸੱਦੀ। 20 ਨੂੰ DC ਅੰਮ੍ਰਿਤਸਰ ਨੂੰ ਮਿਲੇਗਾ ਕਮੇਟੀ ਦਾ ਵਫਦ। ਇਸ ਦੀ ਥੋੜ੍ਹੀ ਡਿਟੇਲਿੰਗ ਦੇਖਦੇ ਹਾਂ। ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਬੁੱਧਵਾਰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਜਲਿਆਂਵਾਲੇ ਬਾਗ ਦੇ ਮੂਲ ਸਰੂਪ ਦੇ ਬਹਾਲੀ ਦੀ ਮੰਗ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦਾ ਵਫਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ 20 ਸਤੰਬਰ ਨੂੰ ਮਿਲੇਗਾ। ਉਹਨਾਂ ਨੇ ਦੱਸਿਆ ਕਿ ਵਫਦ ਉਸ ਦਿਨ ਜ਼ੋਰਦਾਰ ਮੰਗ ਕਰੇਗਾ ਕਿ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਸੰਗ੍ਰਹਿ ਬਣਾਉਣ ਦੀ ਨੀਤੀ ਤਹਿਤ ਕੀਤੀ ਛੇੜਛਾੜ ਬਦਲ ਕੇ ਉਸ ਦਾ ਮੂਲ ਸਰੂਪ ਬਹਾਲ ਕੀਤਾ ਜਾਏ। ਦੇਖਦੇ ਹਾਂ ਹੁਣ 26 ਨੂੰ ਪੰਜਾਬ ਭਰ ਦੀਆਂ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ। ਦੇਖਦੇ ਹਾਂ ਇਸ ਦਾ ਕੀ ਨਤੀਜਾ ਨਿਕਲਦਾ ਹੈ। ਚੱਲਦੇ ਹਾਂ ਅਗਲੀ ਖਬਰ ਵੱਲ। ਰਾਜਸਥਾਨ ਤੇ ਯੂਪੀ 'ਚ ਸਭ ਤੋਂ ਵੱਧ ਰੇਪ ਦੇ ਕੇਸ। ਔਰਤਾਂ ਦੀ ਸੁਰੱਖਿਆ ਇੱਕ ਬਹੁਤ ਹੀ ਵੱਡਾ ਮੁੱਦਾ ਬਣ ਚੁੱਕਿਆ ਹੈ। ਦੇਖਦੇ ਹਾਂ ਇਸ ਦੀ ਡਿਟੇਲਿੰਗ ਕੀ ਲਿਖਿਆ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਬੁੱਧਵਾਰ ਜਾਰੀ ਅੰਕੜਿਆਂ ਅਨੁਸਾਰ ਸਾਲ 2020 'ਚ ਦੇਸ਼ ਭਰ ਵਿੱਚ ਰੋਜ਼ ਬਲਾਤਕਾਰ ਦੇ ਔਸਤਨ 77 ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ ਬਲਾਤਕਾਰ ਦੇ ਕੁੱਲ 28,046 ਮਾਮਲੇ ਦਰਜ ਕੀਤੇ ਗਏ ਸਨ। ਸਭ ਤੋਂ ਵੱਧ ਮਾਮਲੇ ਰਾਜਸਥਾਨ ਤੇ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਵਿੱਚ ਦਰਜ ਕੀਤੇ ਗਏ। ਸੂਤਰਾਂ ਮੁਤਾਬਕ ਇਹ ਮਾਮਲੇ ਉਹ ਹਨ ਜਿਹੜੇ ਦਰਜ ਹੋਏ ਹਨ, ਜਿਹੜੇ ਦਰਜ ਨਹੀਂ ਹੋਏ ਉਹ ਵੱਖਰੇ ਹਨ। ਇਸ ਤਰ੍ਹਾਂ ਦੇਸ਼ 'ਚ ਬਲਾਤਕਾਰ ਦੇ ਮਾਮਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਹੋ ਸਕਦੀ ਹੈ।
ਇਹ ਰੇਪ ਕੇਸ ਬੜੇ ਹੀ ਇਨਕਰੀਜ਼ ਹੋ ਰਹੇ ਦਿਨ ਬ ਦਿਨ। ਔਰਤਾਂ ਦੀ ਸੁਰੱਖਿਆ ਜਿਹੜੀ ਹੈ ਕਿ ਇੱਕ ਬੜਾ ਮੇਨ ਮੁੱਦਾ ਬਣਦਾ ਜਾ ਰਿਹਾ, ਜੋ ਕਿ ਕਿਤੇ ਵੀ ਸੁਰੱਖਿਅਤ ਨਹੀਂ ਹਨ। ਔਰਤਾਂ ਕਿਤੇ ਜੌਬ 'ਤੇ ਜਾਂਦੀਆਂ ਹਨ ਜਾਂ ਕਿਤੇ ਵੀ ਜਾਂਦੀਆਂ ਹਨ, ਬਾਹਰ ਨਿਕਲਦੀਆਂ ਹਨ ਘਰ ਤੋਂ, ਅਤੇ ਬੜਾ ਡਰ ਵਾਲਾ ਮਾਹੌਲ ਉਹਨਾਂ ਦੇ ਵਿੱਚ ਰਹਿੰਦਾ। ਸਹਿਮੇ ਜਿਹਾ ਉਹਨਾਂ ਦੇ ਘਰ ਦੇ ਵੀ ਅਤੇ ਔਰਤਾਂ ਵੀ ਰਹਿੰਦੀਆਂ ਹਨ, ਜਿੱਦਾਂ ਦਾ ਮਾਹੌਲ ਚੱਲ ਰਿਹਾ ਹੈ। ਵੱਧਦੇ ਹਾਂ ਆਪਾਂ ਅਗਲੇ ਨਿਊਜ਼ਪੇਪਰ ਵੱਲ। ਅਗਲਾ ਨਿਊਜ਼ਪੇਪਰ ਹੈ ਜੀ ਜਗਬਾਣੀ। ਜਗਬਾਣੀ ਵਿੱਚ ਜਿਹੜੀ ਮੇਨ ਹਾਈਲਾਈਟ ਕੀਤੀ ਹੋਈ ਨਿਊਜ਼ ਹੈ ਉਹ ਹੈ ਟੈਲੀਕਾਮ ਸੈਕਟਰ ਵਿੱਚ 100% FDI ਨੂੰ ਮਨਜ਼ੂਰੀ। ਇਸ ਦੀ ਡਿਟੇਲਿੰਗ ਦੇਖਦੇ ਹਾਂ। ਭਾਰਤ ਤੋਂ ਦੁਨੀਆ 'ਚ ਜਾਵੇ 4G 5G ਤਕਨੀਕ, ਡਿਜੀਟਲ KYC ਨਾਲ ਮਿਲਣਗੇ ਸਿਮ। ਥੋੜ੍ਹੀ ਜਿਹੀ ਬਰੀਫਿੰਗ ਦੇਖਦੇ ਹਾਂ ਇਸ ਵਿੱਚ ਲਿਖਿਆ ਕੀ ਹੈ। ਇਹ ਸੀ ਹੈਡਲਾਈਨ, ਅਤੇ ਇਸ ਦੀ ਥੋੜ੍ਹੀ ਬਰੀਫਿੰਗ ਆਪਾਂ ਦੇਖਦੇ ਹਾਂ ਅੱਗੇ ਕੀ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਬੈਠਕ ਅੱਜ ਬੁੱਧਵਾਰ ਨੂੰ ਕਈ ਵੱਡੇ ਫੈਸਲੇ ਲਏ ਗਏ। ਇਸ ਦੌਰਾਨ ਆਟੋ ਕੰਪੋਨੈਂਟ, ਡਰੋਨ ਉਤਪਾਦਨ, ਆਤਮ ਨਿਰਭਰ ਤੰਦਰੁਸਤ ਭਾਰਤ ਯੋਜਨਾ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ। ਸਰਕਾਰ ਨੇ ਟੈਲੀਕਾਮ ਸੈਕਟਰ 'ਚ 100% ਸਿੱਧੇ ਵਿਦੇਸ਼ੀ ਨਿਵੇਸ਼ FDI ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਇਹ ਫੈਸਲਾ ਲਿਆ ਗਿਆ ਕਿ ਟੈਲੀਕਾਮ ਕੰਪਨੀਆਂ ਨੂੰ ਸਪੈਕਟਰਮ ਚਾਰਜਿਸ ਅਤੇ ਕੁੱਲ ਵਿਵਸਥਿਤ ਮਾਲੀਆ ਬਕਾਏ ਨੂੰ ਲੈ ਕੇ 4 ਸਾਲਾਂ 'ਚ ਮੋਰਟੋਰੀਅਮ ਦਿੱਤਾ ਜਾਏਗਾ। ਦੂਰਸੰਚਾਰ ਮੰਤਰੀ ਅਡਵਾਨੀ ਵੈਸ਼ਨਵ ਨੇ ਇੱਕ ਪ੍ਰੈਸ ਕਾਨਫਰੰਸ 'ਚ ਇਸ ਦਾ ਐਲਾਨ ਕੀਤਾ। ਜਿੱਦਾਂ ਕਿ ਦੇਖ ਰਹੇ ਹਾਂ ਕਿ ਆਪਾਂ ਟੈਕਨੋਲੋਜੀ ਜਿਹੜੀ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਜੋ 4G ਤੋਂ 5G ਦੀ ਟੈਕਨੀਕ ਜਿਹੜੀ ਆਉਣ ਜਾ ਰਹੀ ਹੈ, ਅਤੇ ਜਿੱਥੇ ਤੱਕ ਕਿ ਆਪਣੇ ਲਈ ਹਾਰਮਫੁਲਸ ਵੀ ਹੈ ਕਿ 5G 4G ਜੋ ਰੇਜ਼ ਹੁੰਦੀਆਂ ਹਨ, ਆਪਾਂ ਰੇਡੀਏਸ਼ਨ ਆ ਆਪਣੇ ਲਈ ਹਾਰਮਫੁਲ ਵੀ ਉੱਥੇ ਦੇਖਿਆ ਜਾਵੇਗਾ। ਇਹ ਬੈਨੀਫੀਸ਼ੀਅਲ ਵੀ ਬਹੁਤ ਆ ਅੱਜ ਦੀ ਡੇਟ ਵਿੱਚ, ਕਿਉਂ ਕਰਕੇ ਜੇ ਆਪਾਂ ਟੈਕਨੋਲੋਜੀ ਦੇ ਨਾਲ ਨਹੀਂ ਚੱਲਦੇ ਤਾਂ ਆਪਾਂ ਬਹੁਤ ਹੀ ਪਿੱਛੇ ਰਹਿ ਜਾਵਾਂਗੇ। ਵੱਧਦੇ ਹਾਂ ਜੀ ਅਗਲੀ ਖਬਰ ਵੱਲ, ਜੋ ਕਿ ਬੜੀ ਹੀ ਇੰਟਰਸਟਿੰਗ ਖਬਰ ਹੈ। ਅਤੇ ਦੇਖਿਆ ਜਾਵੇ ਕਿ ਸੋਨੂ ਸੂਦ ਨਾਲ ਰਿਲੇਟਡ ਇਹ ਵਾਲੀ ਨਿਊਜ਼ ਹੈ, ਜੋ ਕਿ ਕਰੋਨਾ ਵਾਇਰਸ ਦੇ ਟਾਈਮ ਦੇ ਵਿੱਚ, ਲੋਕਡਾਊਨ ਦੇ ਟਾਈਮ ਦੇ ਵਿੱਚ ਪ੍ਰਵਾਸੀਆਂ ਦੇ ਲਈ ਇੱਕ ਮਸੀਹਾ ਬਣੇ ਸਨ, ਜੋ ਕਿ ਬਹੁਤ ਵਧੀਆ ਉਹਨਾਂ ਨੇ ਕੰਮ ਕੀਤੇ ਉਸ ਟਾਈਮ ਦੇ ਵਿੱਚ। ਆਪਾਂ ਉਹਨਾਂ ਨਾਲ ਰਿਲੇਟਡ ਇੱਕ ਖਬਰ ਹੈ, ਪੜ੍ਹਦੇ ਹਾਂ। ਸੋਨੂ ਸੂਦ ਦੇ 6 ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਦਾ ਸਰਵੇ, ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ। ਅਭਿਨੇਤਾ ਸੋਨੂ ਸੂਦ ਨੇ ਮੁੰਬਈ ਵਿੱਚ 6 ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ। ਅਸਲ ਵਿੱਚ ਇਹ ਸਰਵੇ ਰਾਹੀਂ ਵਿਭਾਗ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਤੇ ਬਾਲੀਵੁੱਡ ਅਭਿਨੇਤਾ ਕੋਲ ਆਮਦਨ ਤੋਂ ਵੱਧ ਜਾਇਦਾਦ ਤਾਂ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕੋਈ ਛਾਪੇਮਾਰੀ ਨਹੀਂ ਹੈ ਅਤੇ ਨਾ ਹੀ ਵਿਭਾਗ ਵੱਲੋਂ ਕੁਝ ਸੀਜ਼ ਕੀਤਾ ਗਿਆ ਹੈ। ਵਿਭਾਗ ਨੇ ਇਹ ਸਰਵੇ ਇਸ ਲਈ ਕੀਤਾ ਹੈ ਕਿਉਂਕਿ ਅਭਿਨੇਤਾ ਦੇ ਖਾਤੇ ਵਿੱਚ ਗੜਬੜੀ ਦਾ ਦੋਸ਼ ਲੱਗਾ ਹੈ। ਆਮਦਨ ਕਰ ਵਿਭਾਗ ਨੇ ਇਹ ਸਰਵੇ ਅਜਿਹੇ ਸਮੇਂ ਕੀਤਾ ਹੈ ਜਦ ਸੋਨੂ ਸੂਦ ਨੂੰ ਹਾਲ ਹੀ ਵਿੱਚ ਸਕੂਲੀ ਵਿਦਿਆਰਥੀਆਂ ਲਈ ਦਿੱਲੀ ਸਰਕਾਰ ਦੇ ਮੈਂਟਰਸ਼ਿਪ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਸੋਨੂ ਸੂਦ ਨੇ ਜਲਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਤਾਂ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਉਹ ਸਿਆਸਤ ਵਿੱਚ ਸ਼ਾਮਲ ਹੋ ਰਹੇ ਹਨ, ਤਾਂ ਉਹਨਾਂ ਨੇ ਅਜਿਹੇ ਸਵਾਲਾਂ ਦਾ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜਿੱਦਾਂ ਕਿ ਨਿਊਜ਼ ਦੇ ਵਿੱਚ ਬਰੀਫਿੰਗ ਵਿੱਚ ਦੱਸਿਆ ਹੈ ਕਿ ਉਹਨਾਂ ਨੇ ਕੋਈ ਛਾਪੇਮਾਰੀ ਜਾਂ ਕੁਛ ਇੱਦਾਂ ਰੇਡ ਨਹੀਂ ਮਾਰੀ, ਜਸਟ ਚੈੱਕਆਊਟ ਵਾਸਤੇ, ਕਿਉਂ ਕਰਕੇ ਉਹਨਾਂ ਦੇ ਕਿਸੇ ਨੇ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੇ ਅਕਾਊਂਟ ਦੇ ਵਿੱਚ ਕੁਛ ਜ਼ਿਆਦਾ ਹੀ ਟ੍ਰਾਂਜੈਕਸ਼ਨ ਦੇ ਰਿਲੇਟਡ ਕੁਛ ਹੇਰ ਬਦਲ ਹੋ ਰਹੀ ਹੈ, ਉਹਦੇ ਰਿਲੇਟਡ ਉਹ ਜਸਟ ਚੈਕਿੰਗ ਵਾਸਤੇ ਇਨਕਮ ਟੈਕਸ ਵਿਭਾਗ ਨੇ ਉਹਨਾਂ ਦੇ ਅਕਾਊਂਟਸ ਚੈੱਕ ਕੀਤੇ ਆ। ਇਹਦੇ ਵਿੱਚ ਕੋਈ ਛਾਪੇਮਾਰੀ ਵਾਲੀ ਗੱਲ ਨਹੀਂ ਹੈਗੀ। ਇਹ ਸੀ ਪ੍ਰੋਗਰਾਮ ਅਖਬਾਰਨਾਮਾ, ਜਿਸ ਵਿੱਚ ਅਸੀਂ ਚੁਣਿੰਦਾ ਅਖਬਾਰਾਂ ਦੇ ਵਿੱਚੋਂ ਕੁਝ ਚੁਣਿੰਦਾ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਹਾਂ। ਹੋਰ ਖਬਰਾਂ ਅਤੇ ਹੋਰ ਨਿਊਜ਼ ਜਾਣਨ ਵਾਸਤੇ ਦੇਖਦੇ ਰਹੋ ਸਾਡਾ ਪ੍ਰੋਗਰਾਮ ਅਖਬਾਰਨਾਮਾ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।